अगला लेख है सेहत दा रहस। डॉक्टर जॉन हेज़लिन जो क्वांटम फिजिसिस्ट ते पब्लिक पॉलिसी विशेषज्ञ ਹਨ ਅਨੁਸਾਰ ਸਾਡਾ ਸਰੀਰ ਦਰਅਸਲ ਸਾਡੇ ਵਿਚਾਰਾਂ ਦਾ ਨਤੀਜਾ ਹੈ। ਅਸੀਂ ਚਿਕਿਤਸਾ ਵਿਗਿਆਨ 'ਚ ਇਹ ਸਮਝਣਾ ਸ਼ੁਰੂ ਕਰ ਰਹੇ ਹਾਂ ਕਿ ਵਿਚਾਰਾਂ ਤੇ ਭਾਵਨਾਵਾਂ ਦੀ ਪ੍ਰਕਿਰਤੀ ਸਾਡੀ ਸਰੀਰਕ ਸ਼ਕਤੀ, ਤੰਤਰ ਤੇ ਕਿਰਿਆਵਾਂ ਨੂੰ ਨਿਰਧਾਰਿਤ ਕਰਦੀ ਹੈ। ਡਾਕਟਰ ਜੌਨ ਮਾਰਟਿਨੀ ਅਨੁਸਾਰ ਉਪਚਾਰ ਦੇ ਖੇਤਰ 'ਚ ਅਸੀਂ ਪਲਾਸੀਬੋ ਇਫੈਕਟ ਬਾਰੇ ਜਾਣਦੇ ਹਾਂ। ਪਲਾਸੀਬੋ ਇੱਕ ਇਹੋ ਜਿਹੀ ਨਕਲੀ ਦਵਾਈ ਹੈ ਜਿਹਦਾ ਸਾਡੇ ਸਰੀਰ ਤੇ ਕੋਈ ਪ੍ਰਭਾਵ ਨਹੀਂ ਹੁੰਦਾ। ਇਹ ਦਵਾਈ ਨਹੀਂ, ਖੰਡ ਦੀ ਗੋਲੀ ਹੁੰਦੀ ਹੈ। ਤੁਸੀਂ ਮਰੀਜ਼ਾਂ ਨੂੰ ਪਲਾਸੀਬੋ ਦੇਣ ਵੇਲੇ ਕਹਿੰਦੇ ਹੋ ਕਿ ਇਹ ਪ੍ਰਭਾਵੀ ਦਵਾਈ ਹੈ, ਤੇ ਪਲਾਸੀਬੋ ਦਾ ਪ੍ਰਭਾਵ ਅਸਲ ਉਪਚਾਰਕ ਦਵਾਈ ਵਰਗਾ ਹੀ ਹੁੰਦਾ ਹੈ। ਸ਼ੋਧਕਰਤਾਵਾਂ ਨੇ ਪਤਾ ਲਾਇਆ ਕਿ ਇਨਸਾਨ ਦਾ ਮਸਤਿਸ਼ਕ ਉਪਚਾਰ ਦਾ ਸਭ ਤੋਂ ਵੱਡਾ ਤੱਤ ਹੈ। ਕਈ ਵਾਰੀ ਤਾਂ ਇਹ ਦਵਾਈ ਤੋਂ ਵੀ ਜ਼ਿਆਦਾ ਮਹੱਤਵਪੂਰਨ ਹੁੰਦਾ ਹੈ। ਰਹੱਸ ਦੇ ਪ੍ਰਭਾਵ ਬਾਰੇ ਜਾਗਰੂਕ ਹੋਣ ਤੋਂ ਬਾਅਦ ਤੁਸੀਂ ਜ਼ਿਆਦਾ ਸਪਸ਼ਟਤਾ ਨਾਲ ਇਨਸਾਨਾਂ ਦੇ ਜੀਵਨ 'ਚ ਸਮਾਈ ਸੱਚਾਈ ਨੂੰ ਦੇਖ ਪਾਓਗੇ, ਜਿਸ 'ਚ ਸਿਹਤ ਦਾ ਖੇਤਰ ਸ਼ਾਮਿਲ ਹੈ। ਪਲਾਸੀਬੋ ਇਫੈਕਟ ਕਾਫੀ ਸ਼ਕਤੀਸ਼ਾਲੀ ਹੁੰਦਾ ਹੈ। ਜਦੋਂ ਮਰੀਜ਼ ਸੱਚਮੁੱਚ ਸੋਚਦੇ ਤੇ ਯਕੀਨ ਕਰਦਾ ਹੈ ਕਿ ਇਹ ਨਕਲੀ ਗੋਲੀ ਅਸਲ ਦਵਾਈ ਹੈ, ਤਾਂ ਉਹਨਾਂ ਨੂੰ ਉਹੀ ਮਿਲੇਗਾ ਜਿਸ 'ਚ ਉਹ ਯਕੀਨ ਕਰਦੇ ਹਨ ਤੇ ਉਹਨਾਂ ਦਾ ਇਲਾਜ ਹੋ ਜਾਏਗਾ। ਡਾਕਟਰ ਜੌਨ ਡਿਮਾਰਟਨੀ ਅਨੁਸਾਰ ਜੇਕਰ ਕੋਈ ਛੁੱਟ-ਪੁੱਟ ਬਿਮਾਰ ਹੈ ਤਾਂ ਉਹ ਅਸਲੀ ਦਵਾਈ ਲੈ ਸਕਦਾ ਹੈ ਜਾਂ ਫਿਰ ਬਦਲਵੇਂ ਤੌਰ ਤੇ ਪਤਾ ਲਾ ਸਕਦਾ ਹੈ ਕਿ ਉਹਦੇ ਮਸਤਿਸ਼ਕ ਦੀ ਕਿਹੜੀ ਚੀਜ਼ ਉਸ ਛੁੱਟ-ਪੁੱਟ ਬਿਮਾਰੀ ਨੂੰ ਪੈਦਾ ਕਰ ਰਹੀ ਹੈ। ਜੇ ਬਿਮਾਰੀ ਗੰਭੀਰ ਹੈ ਤੇ ਜਾਨਲੇਵਾ ਸਾਬਤ ਹੋ ਸਕਦੀ ਹੈ ਤਾਂ ਜ਼ਾਹਿਰ ਹੈ ਕਿ ਸਹੀ ਦਵਾਈ ਲੈਣ 'ਚ ਜ਼ਿਆਦਾ ਸਿਆਣਪ ਹੈ। ਬਹਰਹਾਲ ਦਵਾਈਆਂ ਨੂੰ ਲੈਣ ਦੇ ਬਾਅਦ ਵੀ ਇਹ ਪਤਾ ਲਾਉਣਾ ਠੀਕ ਰਹੇਗਾ ਕਿ ਮਸਤਿਸ਼ਕ ਕੀ ਕਰ ਰਿਹਾ ਹੈ। ਸਪਸ਼ਟ ਤੌਰ ਤੇ ਦਵਾਈਆਂ ਨੂੰ ਨਕਾਰਨਾ ਨਹੀਂ ਚਾਹੀਦਾ। ਚਿਕਿਤਸਾ ਦੇ ਹਰ ਸਾਧਨ ਦੀ ਆਪਣੀ ਥਾਂ ਹੁੰਦੀ ਹੈ। ਮਾਨਸਿਕ ਚਿਕਿਤਸਾ ਦਵਾਈਆਂ ਨਾਲ ਮਿਲ ਕੇ ਕੰਮ ਕਰਦੀ ਹੈ। ਜੇ ਦਰਦ ਹੈ ਤਾਂ ਦਵਾਈਆਂ ਨਾਲ ਉਸ ਦਰਦ ਨੂੰ ਮਿਟਾਉਣ ਤੋਂ ਬਾਅਦ ਵਿਅਕਤੀ ਆਪਣੀ ਸਿਹਤ ਤੇ ਜ਼ਿਆਦਾ ਚੰਗੀ ਤਰ੍ਹਾਂ ਧਿਆਨ ਕੇਂਦਰਿਤ ਕਰ ਸਕਦਾ ਹੈ। ਸੰਪੂਰਨ ਸਿਹਤ ਇੱਕ ਇਹੋ ਜਿਹੀ ਚੀਜ਼ ਹੈ ਜਿਸ ਬਾਰੇ ਕੋਈ ਵੀ ਵਿਅਕਤੀ ਲੁਕਵੇਂ ਢੰਗ ਨਾਲ ਸੋਚ ਸਕਦਾ ਹੈ, ਭਲੇ ਹੀ ਉਹਦੇ ਚਾਰੇ ਪਾਸੇ ਕੁਝ ਵੀ ਹੋ ਰਿਹਾ ਹੋਵੇ। ਲੀਸਾ ਨਿਕੋਲਸ ਅਨੁਸਾਰ ਬ੍ਰਹਿਮੰਡ ਪ੍ਰਚੁਰਤਾ ਦਾ ਖਜ਼ਾਨਾ ਹੈ। ਜਦੋਂ ਤੁਸੀਂ ਬ੍ਰਹਿਮੰਡ ਦੀ ਪ੍ਰਚੁਰਤਾ ਮਹਿਸੂਸ ਕਰਨ ਲਈ ਆਪਣੇ ਦਿਮਾਗ ਦੇ ਦਰਵਾਜ਼ੇ ਖੋਲ੍ਹ ਲੈਂਦੇ ਹੋ ਤਾਂ ਤੁਸੀਂ ਰੋਮਾਂਸ, ਖੁਸ਼ੀ, ਆਨੰਦ ਤੇ ਉਹ ਤਮਾਮ ਚੰਗੀਆਂ ਚੀਜ਼ਾਂ ਮਹਿਸੂਸ ਕਰੋਗੇ ਜਿਹੜੀ ਬ੍ਰਹਿਮੰਡ ਤੁਹਾਨੂੰ ਦੇ ਸਕਦਾ ਹੈ। ਚੰਗੀ ਸਿਹਤ, ਚੰਗੀ ਦੌਲਤ, ਚੰਗਾ ਸੁਭਾਅ। ਪਰ ਜਦੋਂ ਤੁਸੀਂ ਨਕਾਰਾਤਮਕ ਵਿਚਾਰਾਂ ਨਾਲ ਆਪਣੇ ਦਿਮਾਗ ਦੇ ਦਰਵਾਜ਼ੇ ਬੰਦ ਕਰ ਲੈਂਦੇ ਹੋ ਤਾਂ ਤੁਹਾਨੂੰ ਪਰੇਸ਼ਾਨੀ ਮਹਿਸੂਸ ਹੋਏਗੀ, ਦਰਦ ਮਹਿਸੂਸ ਹੋਏਗਾ, ਪੀੜਾ ਮਹਿਸੂਸ ਹੋਏਗੀ ਤੇ ਹਰ ਦਿਨ ਦਰਦ ਭਰਿਆ ਮਹਿਸੂਸ ਹੋਏਗਾ। ਡਾਕਟਰ ਬੇਨ ਜੌਨਸਨ ਅਨੁਸਾਰ ਜੋ ਡਾਕਟਰ, ਲੇਖਕ ਤੇ ਐਨਰਜੀ ਹੀਲਿੰਗ ਦੇ ਮੋਹਰੀ ਵਿਸ਼ੇਸ਼জ্ञ ਹਨ, ਸਾਡੇ ਕੋਲ ਹਜ਼ਾਰਾਂ ਹੀ ਬਿਮਾਰੀਆਂ ਤੇ ਦਵਾਈਆਂ ਹਨ, ਲੇਕਿਨ ਉਹ ਸਿਰਫ ਕਮਜ਼ੋਰ ਕੜੀਆਂ ਹਨ। ਸਾਰੀਆਂ ਬਿਮਾਰੀਆਂ ਕੇਵਲ ਇੱਕ ਚੀਜ਼ ਦੇ ਕਾਰਨ ਹੁੰਦੀਆਂ ਹੈ, ਉਹ ਹੈ ਤਣਾਅ। ਜੇਕਰ ਤੁਸੀਂ ਕਿਸੇ ਕੜੀ ਜਾਂ ਸਿਸਟਮ ਤੇ ਜ਼ਿਆਦਾ ਦਬਾਅ ਜਾਂ ਤਣਾਅ ਪਾਉਂਦੇ ਹੋ ਤਾਂ ਕੜੀ ਟੁੱਟ ਜਾਂਦੀ ਹੈ। ਸਾਰਾ ਤਣਾਅ ਇੱਕ ਨਕਾਰਾਤਮਕ ਵਿਚਾਰ ਨਾਲ ਆਰੰਭ ਹੁੰਦਾ ਹੈ ਜਿਸ ਤੇ ਕਾਬੂ ਨਹੀਂ ਕੀਤਾ ਗਿਆ। ਇਸ ਤੋਂ ਬਾਅਦ ਉਂਝ ਵੀ ਦੂਜੇ ਵਿਚਾਰ ਧਮਕਦੇ ਹਨ ਤੇ ਆਖਰਕਾਰ ਤਣਾਅ ਪ੍ਰਗਟ ਹੋ ਜਾਂਦਾ ਹੈ। ਤਣਾਅ ਨਤੀਜਾ ਹੈ, ਲੇਕਿਨ ਕਾਰਨ ਨਕਾਰਾਤਮਕ ਚਿੰਤਨ ਹੈ ਤੇ ਸਾਰੇ ਇੱਕ ਛੋਟੇ ਜਿਹੇ ਨਕਾਰਾਤਮਕ ਵਿਚਾਰ ਨਾਲ ਸ਼ੁਰੂ ਹੋਇਆ ਹੈ। ਭਾਵੇਂ ਤੁਸੀਂ ਜੋ ਕੁਝ ਵੀ ਉਤਪੰਨ ਕੀਤਾ ਹੋਵੇ, ਤੁਸੀਂ ਉਹਨੂੰ ਬਦਲ ਸਕਦੇ ਹੋ ਇੱਕ ਛੋਟੇ ਨਕਾਰਾਤਮਕ ਵਿਚਾਰ ਨਾਲ ਤੇ ਫਿਰ ਉਸ ਤੋਂ ਬਾਅਦ ਇੱਕ ਹੋਰ ਸਕਾਰਾਤਮਕ ਵਿਚਾਰ ਨਾਲ। ਡਾਕਟਰ ਜੌਨ ਡਿਮਾਰਟਨੀ ਅਨੁਸਾਰ ਸਾਡਾ ਸਰੀਰਕ ਤੰਤਰ ਸਾਨੂੰ ਫੀਡਬੈਕ ਦੇਣ ਲਈ ਬਿਮਾਰੀ ਉਤਪੰਨ ਕਰਦਾ ਹੈ। ਇਸ ਰਾਹੀਂ ਇਹ ਸਾਨੂੰ ਦੱਸਦਾ ਹੈ ਕਿ ਸਾਡਾ ਨਜ਼ਰੀਆ ਸੰਤੁਲਿਤ ਨਹੀਂ ਹੈ ਜਾਂ ਅਸੀਂ ਪ੍ਰੇਮਪੂਰਨ ਤੇ ਕਿਰਤੱਗ ਨਹੀਂ ਹਾਂ। ਸਰੀਰ ਦੇ ਸੰਕੇਤ ਤੇ ਨਿਸ਼ਾਨੀ ਕੋਈ ਭਿਆਨਕ ਚੀਜ਼ ਨਹੀਂ ਹੈ। ਡਾਕਟਰ ਡਿਮਾਰਟਨੀ ਸਾਨੂੰ ਦੱਸ ਰਹੇ ਹਨ ਕਿ ਪ੍ਰੇਮ ਤੇ ਕਿਰਤੱਗਤਾ ਸਾਡੇ ਜੀਵਨ ਤੋਂ ਸਾਰੀ ਨਕਾਰਾਤਮਕਤਾ ਨੂੰ ਬਾਹਰ ਕੱਢ ਦੇਣਗੇ, ਭਾਵੇਂ ਉਹ ਕਿੰਨੀ ਵੀ ਵੱਡੀ ਹੋਵੇ। ਪ੍ਰੇਮ ਤੇ ਕਿਰਤੱਗਤਾ ਸਮੁੰਦਰ 'ਚ ਰਸਤਾ ਬਣਾ ਸਕਦੇ ਹਨ, ਪਹਾੜ ਹਿਲਾ ਸਕਦੇ ਹਨ, ਚਮਤਕਾਰ ਕਰ ਸਕਦੇ ਹਨ। ਇਸੇ ਤਰ੍ਹਾਂ ਪ੍ਰੇਮ ਤੇ ਕਿਰਤੱਗਤਾ ਕਿਸੇ ਵੀ ਬਿਮਾਰੀ ਦਾ ਇਲਾਜ ਕਰ ਸਕਦੇ ਹਨ।
ਮਾਈਕਲ ਬਰਨਾਰਡ ਬੇਕਵੇਥ ਅਨੁਸਾਰ ਅਕਸਰ ਲੋਕ ਇਹ ਸਵਾਲ ਪੁੱਛਦੇ ਹਨ, ਜਦੋਂ ਕੋਈ ਵਿਅਕਤੀ ਆਪਣੇ ਸਰੀਰ ਰੂਪੀ ਮੰਦਰ 'ਚ ਕੋਈ ਬਿਮਾਰੀ ਉਤਪੰਨ ਕਰ ਲੈਂਦਾ ਹੈ ਜਾਂ ਆਪਣੇ ਜੀਵਨ 'ਚ ਕਿਸੇ ਹੋਰ ਦੀ ਪਰੇਸ਼ਾਨੀ ਨੂੰ ਲੈ ਆਉਂਦਾ ਹੈ, ਤਾਂ ਕੀ ਸਹੀ ਸੋਚ ਦੀ ਸ਼ਕਤੀ ਨਾਲ ਇਹਨੂੰ ਸੁਧਾਰਿਆ ਜਾ ਸਕਦਾ ਹੈ? ਜਵਾਬ ਬਿਲਕੁਲ ਸਪਸ਼ਟ ਹੈ, ਹਾਂ। ਹਾਸਾ ਸਭ ਤੋਂ ਵਧੀਆ ਦਵਾਈ ਹੈ। ਕੈਥੀ ਗੁੱਡਮੈਨ ਇੱਕ ਵਿਅਕਤੀਗਤ ਕਹਾਣੀ। ਮੈਨੂੰ ਬ੍ਰੈਸਟ ਕੈਂਸਰ ਹੋ ਗਿਆ ਸੀ। ਮੈਨੂੰ ਆਪਣੇ ਦਿਲ 'ਚ ਪੂਰੀ ਆਸਥਾ ਤੇ ਸੱਚਾ ਵਿਸ਼ਵਾਸ ਸੀ ਕਿ ਮੈਂ ਠੀਕ ਹੋ ਚੁੱਕੀ ਹਾਂ। ਹਰ ਦਿਨ ਮੈਂ ਕਹਿੰਦੀ ਸੀ, ਮੇਰੇ ਇਲਾਜ ਲਈ ਧੰਨਵਾਦ। ਲਗਾਤਾਰ ਮੈਂ ਕਹਿੰਦੀ ਸੀ, ਮੇਰੇ ਇਲਾਜ ਲਈ ਧੰਨਵਾਦ। ਮੈਂ ਆਪਣੇ ਦਿਲ 'ਚ ਯਕੀਨ ਕਰ ਲਿਆ ਸੀ ਕਿ ਮੈਂ ਠੀਕ ਹੋ ਚੁੱਕੀ ਹਾਂ। ਮੈਂ ਆਪਣੇ ਆਪ ਨੂੰ ਇਸ ਤੌਰ ਤੇ ਦੇਖਿਆ ਜਿਵੇਂ ਕੈਂਸਰ ਮੇਰੇ ਸਰੀਰ 'ਚ ਕਦੇ ਸੀ ਹੀ ਨਹੀਂ। ਮੈਂ ਆਪਣਾ ਇਲਾਜ ਕਰਨ ਲਈ ਇੱਕ ਹੋਰ ਸਾਧਨ ਦਾ ਇਸਤੇਮਾਲ ਕੀਤਾ। ਮੈਂ ਬੜੀ ਮਜ਼ੇਦਾਰ ਫਿਲਮਾਂ ਵੇਖਣ ਲੱਗੀ। ਮੈਂ ਬਸ ਹੱਸਦੀ ਸੀ, ਦਿਲ ਖੋਲ ਕੇ ਹੱਸਦੀ ਸੀ। ਤਣਾਅ ਲੈਣ ਦਾ ਤਾਂ ਸਵਾਲ ਹੀ ਨਹੀਂ ਸੀ, ਕਿਉਂਕਿ ਅਸੀਂ ਜਾਣਦੇ ਸੀ ਕਿ ਉਪਚਾਰ ਦੀ ਕੋਸ਼ਿਸ਼ ਕਰਨ ਵੇਲੇ ਤਣਾਅ ਬਹੁਤ ਮਾੜੀ ਚੀਜ਼ ਹੋ ਸਕਦਾ ਹੈ। ਬਿਮਾਰੀ ਦਾ ਪਤਾ ਚੱਲਣ ਤੇ ਉਹਦੇ ਠੀਕ ਹੋਣ ਦੇ ਵਿਚਕਾਰ 3 ਮਹੀਨਿਆਂ ਦਾ ਫਾਸਲਾ ਰਿਹਾ ਤੇ ਇਹ ਉਪਚਾਰ ਬਿਨਾਂ ਕਿਸੇ ਰੇਡੀਏਸ਼ਨ ਜਾਂ ਕੀਮੋਥੈਰੇਪੀ ਨਾਲ ਹੋ ਗਿਆ। ਕੈਥੀ ਗੁੱਡਮੈਨ ਦੀ ਇਹ ਸੁੰਦਰ ਤੇ ਪ੍ਰੇਰਕ ਕਹਾਣੀ 3 ਜ਼ਬਰਦਸਤ ਸ਼ਕਤੀਆਂ ਦੇ ਕਾਰਜਰਤ ਹੋਣ ਦੀ ਉਦਾਹਰਣ ਹੈ। ਇਲਾਜ ਲਈ ਕਿਰਤੱਗਤਾ ਦੀ ਸ਼ਕਤੀ, ਮਨ ਚਾਹੀ ਚੀਜ਼ ਪਾਉਣ ਲਈ ਆਸਥਾ ਦੀ ਸ਼ਕਤੀ ਤੇ ਸਾਡੇ ਸਰੀਰ ਦੀ ਬਿਮਾਰੀ ਕੱਢਣ ਲਈ ਹਾਸੇ ਤੇ ਖੁਸ਼ੀ ਦੀ ਸ਼ਕਤੀ। ਕੈਥੀ ਆਪਣੇ ਇਲਾਜ 'ਚ ਹਾਸੇ ਨੂੰ ਸ਼ਾਮਲ ਕਰਨ ਲਈ ਇਸ ਲਈ ਪ੍ਰੇਰਿਤ ਹੋਈ ਕਿਉਂਕਿ ਉਹਨਾਂ ਨੇ ਨਾਰਮਨ ਕਜ਼ਿਨਸ ਦੀ ਕਹਾਣੀ ਸੁਣ ਲਈ ਸੀ। ਨਾਰਮਨ ਨੂੰ ਇੱਕ ਲਾਇਲਾਜ ਬਿਮਾਰੀ ਸੀ। ਡਾਕਟਰਾਂ ਨੇ ਉਹਨੂੰ ਦੱਸਿਆ ਕਿ ਉਹ ਸਿਰਫ ਕੁਝ ਹੀ ਮਹੀਨਿਆਂ ਦਾ ਮਹਿਮਾਨ ਹੈ। ਨਾਰਮਨ ਨੇ ਆਪਣਾ ਇਲਾਜ ਆਪ ਕਰਨ ਦਾ ਫੈਸਲਾ ਲਿਆ। 3 ਮਹੀਨਿਆਂ ਤੱਕ ਉਹਨੇ ਸਿਰਫ ਮਜ਼ੇਦਾਰ ਫਿਲਮਾਂ ਦੇਖੀਆਂ ਤੇ ਉਹ ਹੱਸਦਾ ਰਿਹਾ। ਇਹਨਾਂ 3 ਮਹੀਨਿਆਂ ਦੇ ਅੰਦਰ ਹੀ ਬਿਮਾਰੀ ਉਹਦੇ ਸਰੀਰ ਤੋਂ ਚਲੀ ਗਈ। ਡਾਕਟਰਾਂ ਨੇ ਉਹਦੇ ਉਪਚਾਰ ਨੂੰ ਚਮਤਕਾਰ ਦੀ ਸੰਗਿਆ ਦਿੱਤੀ। ਜਦੋਂ ਨਾਰਮਨ ਦਿਲ ਖੋਲ ਕੇ ਹੱਸਿਆ ਤਾਂ ਉਹਦੀ ਸਾਰੀ ਨਕਾਰਾਤਮਕਤਾ ਬਾਹਰ ਨਿਕਲ ਗਈ ਤੇ ਨਾਲ ਹੀ ਉਹਦੀ ਬਿਮਾਰੀ ਵੀ ਬਾਹਰ ਚਲੀ ਗਈ। ਹਾਸਾ ਸੱਚਮੁੱਚ ਸਭ ਤੋਂ ਵਧੀਆ ਦਵਾਈ ਹੈ। ਡਾਕਟਰ ਬੇਨ ਜਾਨਸਨ ਅਨੁਸਾਰ ਅਸੀਂ ਸਾਰੇ ਇੱਕ ਸਵੈ ਨਿਰਮਤ ਬੁਨਿਆਦੀ ਪ੍ਰੋਗਰਾਮ ਨਾਲ ਆਏ ਹੋਏ ਹਾਂ। ਇਹਨੂੰ ਆਤਮ ਉਪਚਾਰ ਕਿਹਾ ਜਾਂਦਾ ਹੈ। ਜਦੋਂ ਤੁਹਾਨੂੰ ਕੋਈ ਜ਼ਖਮ ਜਾਂ ਫੱਟ ਹੁੰਦਾ ਹੈ ਤਾਂ ਉਹ ਦੁਬਾਰਾ ਠੀਕ ਹੋ ਜਾਂਦਾ ਹੈ। ਜਦੋਂ ਤੁਹਾਨੂੰ ਕੋਈ ਬੈਕਟੀਰੀਅਲ ਇਨਫੈਕਸ਼ਨ ਹੁੰਦਾ ਹੈ ਤਾਂ ਇਮਿਊਨ ਸਿਸਟਮ ਉਹਦਾ ਮੁਕਾਬਲਾ ਕਰਕੇ ਸਰੀਰ ਨੂੰ ਠੀਕ ਕਰ ਦਿੰਦਾ ਹੈ। ਇਮਿਊਨ ਸਿਸਟਮ ਆਪਣਾ ਇਲਾਜ ਆਪ ਕਰਨ ਲਈ ਹੀ ਬਣਾਇਆ ਗਿਆ। ਬੌਬ ਪ੍ਰੋਕਟਰ ਅਨੁਸਾਰ ਬਿਮਾਰੀ ਸਿਹਤਮੰਦ ਭਾਵਨਾਤਮਕ ਅਵਸਥਾ ਵਾਲੇ ਸਰੀਰ 'ਚ ਨਹੀਂ ਰਹਿ ਸਕਦੀ। ਸਾਡਾ ਸਰੀਰ ਹਰ ਸਕਿੰਟ ਲੱਖਾਂ ਸੈੱਲਾਂ ਨੂੰ ਬਾਹਰ ਕੱਢ ਰਿਹਾ ਹੈ, ਨਾਲ ਹੀ ਇਹ ਲੱਖਾਂ ਨਵੇਂ ਸੈੱਲ ਬਣਾ ਵੀ ਰਿਹਾ ਹੈ। ਡਾਕਟਰ ਜੌਨ ਹੈਜਲਿਨ ਅਨੁਸਾਰ ਸੱਚ ਤਾਂ ਇਹ ਹੈ ਕਿ ਸਾਡੇ ਸਰੀਰ ਦੇ ਕੁਝ ਹਿੱਸੇ ਹਰ ਦਿਨ ਬਦਲਦੇ ਹਨ। ਕਈ ਹਿੱਸੇ ਕੁਝ ਮਹੀਨਿਆਂ 'ਚ ਬਦਲਦੇ ਹਨ, ਬਾਕੀ ਕੁਝ ਸਾਲਾਂ 'ਚ। ਲੇਕਿਨ ਕੁਝ ਸਾਲਾਂ ਦੇ ਅੰਦਰ ਸਾਡੇ ਵਿੱਚੋਂ ਹਰ ਇੱਕ ਦੇ ਕੋਲ ਬਿਲਕੁਲ ਨਵਾਂ ਸਰੀਰ ਹੁੰਦਾ ਹੈ। ਵਿਗਿਆਨ ਇਹ ਸਾਬਤ ਕਰ ਚੁੱਕਿਆ ਕਿ ਸਾਡਾ ਸਾਰਾ ਸਰੀਰ ਕੁਝ ਸਾਲਾਂ 'ਚ ਬਦਲ ਜਾਂਦਾ ਹੈ। ਫਿਰ ਇੰਜ ਕਿਉਂ ਹੈ ਕਿ ਬਿਮਾਰੀ ਸਾਡੇ ਸਰੀਰ 'ਚ ਸਾਲਾਂ ਬੱਧੀ ਰਹਿੰਦੀ ਹੈ? ਇਹਦਾ ਮਤਲਬ ਇਹ ਹੈ, ਇਹ ਸਿਰਫ ਵਿਚਾਰਾਂ ਕਾਰਨ ਹੀ ਮੌਜੂਦ ਹੈ, ਕਿਉਂਕਿ ਰੋਗੀ ਦਾ ਦਿਮਾਗ ਬਿਮਾਰੀ ਨੂੰ ਲਗਾਤਾਰ ਦੇਖ ਰਿਹਾ ਹੈ, ਉਸ ਤੇ ਲਗਾਤਾਰ ਧਿਆਨ ਕੇਂਦਰਿਤ ਕਰ ਰਿਹਾ ਹੈ। ਸੰਪੂਰਨਤਾ ਦੇ ਵਿਚਾਰ ਸੋਚੋ। ਸੰਪੂਰਨਤਾ ਮਤਲਬ ਪਰਫੈਕਸ਼ਨ ਦੇ ਵਿਚਾਰ ਸੋਚੋ। ਬਿਮਾਰੀ ਉਸ ਸਰੀਰ 'ਚ ਨਹੀਂ ਰਹਿ ਸਕਦੀ ਜਿਸ 'ਚ ਮਿਲਾਪੜੇ ਵਿਚਾਰ ਹੋਣ। ਜਾਣ ਲਓ, ਸਿਰਫ ਸੰਪੂਰਨਤਾ ਹੀ ਸੱਚ ਹੈ। ਜਦੋਂ ਤੁਸੀਂ ਸੰਪੂਰਨਤਾ ਤੇ ਧਿਆਨ ਕੇਂਦਰਿਤ ਕਰਦੇ ਹੋ ਤਾਂ ਤੁਸੀਂ ਉਹਨੂੰ ਸੱਦਾ ਦੇ ਕੇ ਆਪਣੇ ਵੱਲ ਬੁਲਾਉਂਦੇ ਹੋ। ਅਪੂਰਨ ਵਿਚਾਰ ਪੂਰੀ ਮਨੁੱਖ ਜਾਤੀ ਦੇ ਕਸ਼ਟਾਂ ਦੇ ਕਾਰਨ ਹਨ, ਜਿਨ੍ਹਾਂ 'ਚ ਰੋਗ, ਗਰੀਬੀ ਤੇ ਦੁੱਖ ਸ਼ਾਮਲ ਹਨ। ਨਕਾਰਾਤਮਕ ਵਿਚਾਰ ਸੋਚਣ ਵੇਲੇ ਅਸੀਂ ਆਪਣੇ ਆਪ ਨੂੰ ਸਹੀ ਵਿਰਾਸਤ ਤੋਂ ਵੱਖ ਕਰ ਲੈਂਦੇ ਹਾਂ। ਇਸ ਦੀ ਬਜਾਏ ਇਹ ਐਲਾਨ ਕਰੋ ਤੇ ਵਿਸ਼ਵਾਸ ਰੱਖੋ, ਮੈਂ ਸਿਰਫ ਉੱਤਮ ਵਿਚਾਰ ਸੋਚਦਾ ਹਾਂ, ਮੈਂ ਸਿਰਫ ਸੰਪੂਰਨਤਾ ਦੇਖਦਾ ਹਾਂ, ਮੈਂ ਸੰਪੂਰਨਤਾ ਹਾਂ। ਮੈਂ ਆਪਣੇ ਸਰੀਰ ਤੋਂ ਆਕੜ ਤੇ ਸੁਸਤੀ ਨੂੰ ਕੱਢ ਦਿੱਤਾ।
ਮੈਂ ਆਪਣੇ ਸਰੀਰ ਨੂੰ ਕਿਸੇ ਬੱਚੇ ਦੇ ਸਰੀਰ ਵਾਂਗ ਲਚੀਲਾ ਤੇ ਉੱਤਮ ਦੇਖਣ ਤੇ ਧਿਆਨ ਕੇਂਦਰਿਤ ਕੀਤਾ। ਕੁਝ ਸਮੇਂ 'ਚ ਹੀ ਜੋੜਾਂ ਦਾ ਦਰਦ ਤੇ ਅਕੜਾਅ ਗਾਇਬ ਹੋ ਗਿਆ। ਸੱਚ ਤਾਂ ਇਹ ਹੈ ਕਿ ਮੈਂ ਇਹ ਕੰਮ ਰਾਤੋਂ ਰਾਤ ਕਰ ਲਿਆ। ਇਸੇ ਤਰ੍ਹਾਂ ਬੁਢਾਪੇ ਦੀਆਂ ਧਾਰਨਾਵਾਂ ਵੀ ਸਾਡੇ ਮਸਤਿਸ਼ਕ ਵਿੱਚ ਹੁੰਦੀਆਂ ਹਨ। ਵਿਗਿਆਨਕ ਨਜ਼ਰੀਏ ਨਾਲ ਸਾਡਾ ਸਰੀਰ ਬਹੁਤ ਘੱਟ ਸਮੇਂ 'ਚ ਹੀ ਬਿਲਕੁਲ ਨਵਾਂ ਹੋ ਜਾਂਦਾ ਹੈ। ਬੁਢਾਪਾ ਸੀਮਾਬੱਧ ਚਿੰਤਨ ਹੈ, ਇਸ ਲਈ ਇਸ ਨਾਲ ਸੰਬੰਧਿਤ ਵਿਚਾਰਾਂ ਨੂੰ ਆਪਣੀ ਚੇਤਨਤਾ 'ਚੋਂ ਕੱਢ ਦਿਓ। ਇਹ ਜਾਣ ਲਓ ਕਿ ਭਾਵੇਂ ਤੁਸੀਂ ਆਪਣੇ ਦਿਮਾਗ 'ਚ ਕਿੰਨੇ ਹੀ ਜਨਮ ਦਿਨ ਮਨਾ ਲਏ ਹੋਣ, ਤੁਹਾਡਾ ਸਰੀਰ ਸਿਰਫ ਚੰਦ ਮਹੀਨੇ ਹੀ ਪੁਰਾਣਾ ਹੈ। ਜਦੋਂ ਤੁਹਾਡਾ ਅਗਲਾ ਜਨਮ ਦਿਨ ਆਵੇ ਤਾਂ ਆਪਣੇ ਆਪ ਤੇ ਇੱਕ ਅਹਿਸਾਨ ਕਰੋ ਕਿ ਇਹਨੂੰ ਆਪਣੇ ਪਹਿਲੇ ਜਨਮ ਦਿਨ ਵਾਂਗ ਮਨਾਓ। ਆਪਣੇ ਕੇਕ ਤੇ 60 ਕੈਂਡਲ ਨਾ ਲਾਓ ਜਦੋਂ ਤੱਕ ਕਿ ਤੁਸੀਂ ਬੁਢਾਪੇ ਨੂੰ ਸੱਦਾ ਦੇ ਕੇ ਉਹਨੂੰ ਆਪਣੇ ਵੱਲ ਨਾ ਬੁਲਾਉਣਾ ਚਾਹੋ। ਬਦਕਿਸਮਤੀ ਨਾਲ ਪੱਛਮੀ ਸਮਾਜ ਬੁਢਾਪੇ ਤੇ ਬਹੁਤ ਜ਼ਿਆਦਾ ਧਿਆਨ ਕੇਂਦਰਿਤ ਕਰਦਾ ਹੈ, ਜਦ ਕਿ ਅਸਲ 'ਚ ਇਹੋ ਜਿਹੀ ਕੋਈ ਚੀਜ਼ ਹੁੰਦੀ ਨਹੀਂ। ਸੋਚ ਰਾਹੀਂ ਤੁਸੀਂ ਉੱਤਮ ਸਿਹਤ, ਆਦਰਸ਼ ਸਰੀਰ, ਉੱਤਮ ਭਾਰ ਤੇ ਸਦੀਵੀ ਜਵਾਨੀ ਪਾ ਸਕਦੇ ਹੋ। ਤੁਸੀਂ ਸੰਪੂਰਨਤਾ ਦੀ ਨਿਰੰਤਰ ਸੋਚ ਨਾਲ ਇਹਨੂੰ ਹਕੀਕੀ ਬਣਾ ਸਕਦੇ ਹੋ। ਬਾਬ ਪ੍ਰੋਕਟਰ ਅਨੁਸਾਰ ਮੰਨ ਲਓ ਤੁਹਾਨੂੰ ਕੋਈ ਬਿਮਾਰੀ ਹੈ। ਹੁਣ ਜੇ ਤੁਸੀਂ ਉਸ ਤੇ ਧਿਆਨ ਕੇਂਦਰਿਤ ਕਰ ਰਹੇ ਹੋ ਤੇ ਲੋਕਾਂ ਨਾਲ ਉਸ ਬਾਰੇ ਗੱਲਾਂ ਕਰ ਰਹੇ ਹੋ ਤਾਂ ਤੁਸੀਂ ਜ਼ਿਆਦਾ ਰੋਗਗ੍ਰਸਤ ਸੈੱਲ ਪੈਦਾ ਕਰ ਰਹੇ ਹੋ। ਬਿਲਕੁਲ ਸਿਹਤਮੰਦ ਸਰੀਰ ਦੀ ਤਸਵੀਰ ਦੇਖੋ, ਬਿਮਾਰੀ ਦਾ ਇਲਾਜ ਡਾਕਟਰ ਤੇ ਛੱਡ ਦਿਓ। ਬਿਮਾਰ ਹੋਣ ਤੇ ਲੋਕ ਅਕਸਰ ਸਾਰਾ ਸਮਾਂ ਇਸੇ ਬਾਰੇ ਗੱਲਾਂ ਕਰਦੇ ਰਹਿੰਦੇ ਹਨ। ਇੰਜ ਇਸ ਲਈ ਹੈ ਕਿਉਂਕਿ ਉਹ ਸਾਰੇ ਸਮੇਂ ਇਸੇ ਬਾਰੇ ਸੋਚਦੇ ਰਹਿੰਦੇ ਹੈ। ਇਸ ਲਈ ਉਹ ਬਸ ਆਪਣੇ ਵਿਚਾਰ ਵਿਅਕਤ ਕਰਦੇ ਹਨ। ਜੇ ਤੁਸੀਂ ਥੋੜਾ ਬਿਮਾਰ ਮਹਿਸੂਸ ਕਰ ਰਹੇ ਹੋ ਤਾਂ ਉਹਦੇ ਬਾਰੇ ਗੱਲ ਨਾ ਕਰੋ ਜਦ ਤੱਕ ਕਿ ਤੁਸੀਂ ਸਥਿਤੀ 'ਚ ਜ਼ਿਆਦਾ ਸਮੇਂ ਨਾ ਰਹਿਣਾ ਚਾਹੁੰਦੇ ਹੋ। ਜਾਣ ਲਓ ਕਿ ਤੁਹਾਡੇ ਵਿਚਾਰ ਸਭ ਤੋਂ ਮਹੱਤਵਪੂਰਨ ਹਨ, ਇਸ ਲਈ ਇਸ ਵਿਚਾਰ ਨੂੰ ਜ਼ਿਆਦਾ ਤੋਂ ਜ਼ਿਆਦਾ ਵਾਰ ਦੁਹਰਾਓ। ਮੈਂ ਬਹੁਤ ਵਧੀਆ ਮਹਿਸੂਸ ਕਰਦਾ, ਮੈਂ ਬਹੁਤ ਵਧੀਆ ਮਹਿਸੂਸ ਕਰਦਾ ਤੇ ਸੱਚਮੁੱਚ ਇਹਨੂੰ ਮਹਿਸੂਸ ਕਰੋ। ਜੇ ਤੁਸੀਂ ਬਹੁਤ ਵਧੀਆ ਮਹਿਸੂਸ ਨਹੀਂ ਕਰ ਰਹੇ ਹੋ ਤੇ ਕੋਈ ਪੁੱਛੇ ਕਿ ਤੁਸੀਂ ਕਿੰਜ ਮਹਿਸੂਸ ਕਰ ਰਹੇ ਹੋ ਤਾਂ ਬਸ ਇਸ ਬਾਰੇ 'ਚ ਸ਼ੁਕਰਗੁਜ਼ਾਰ ਰਹੋ ਕਿ ਵਿਅਕਤੀ ਨੇ ਤੁਹਾਨੂੰ ਵਧੀਆ ਮਹਿਸੂਸ ਕਰਨ ਦੇ ਵਿਚਾਰ ਸੋਚਣ ਦੀ ਯਾਦ ਦਿਵਾਈ ਹੈ। ਸਿਰਫ ਆਪਣੀ ਮਨਚਾਹੀ ਚੀਜ਼ ਬਾਰੇ ਹੀ ਬੋਲੋ। ਤੁਸੀਂ ਕਿਸੇ ਚੀਜ਼ ਨੂੰ ਉਦੋਂ ਤੱਕ ਨਹੀਂ ਫੜ ਸਕਦੇ ਜਦ ਤੱਕ ਕਿ ਤੁਸੀਂ ਇਹ ਨਾ ਸੋਚ ਲਓ ਕਿ ਤੁਸੀਂ ਇਸ ਤਰ੍ਹਾਂ ਕਰ ਸਕਦੇ ਹੋ। ਤੁਸੀਂ ਕੋਈ ਕੰਮ ਕਰ ਸਕਦੇ ਹੋ, ਇਹ ਸੋਚਣਾ ਵਿਚਾਰ ਰਾਹੀਂ ਉਹਨੂੰ ਆਪਣੇ ਕੋਲ ਆਉਣ ਲਈ ਸੱਦਾ ਦੇਣਾ ਹੈ। ਲੋਕਾਂ ਦੀ ਬਿਮਾਰੀ ਦਾ ਵੇਰਵਾ ਸੁਣਨ ਵੇਲੇ ਵੀ ਤੁਸੀਂ ਬਿਮਾਰੀ ਨੂੰ ਸੱਦਾ ਦੇ ਰਹੇ ਹੋ। ਦੂਜਿਆਂ ਦੀ ਬਿਮਾਰੀ ਦਾ ਵਿਵਰਾ ਸੁਣਨ ਵੇਲੇ ਤੁਹਾਡਾ ਪੂਰਾ ਵਿਚਾਰ ਤੇ ਧਿਆਨ ਬਿਮਾਰੀ ਤੇ ਕੇਂਦਰਿਤ ਹੈ। ਯਾਦ ਰੱਖੋ, ਜਦੋਂ ਤੁਸੀਂ ਕਿਸੇ ਚੀਜ਼ ਤੇ ਪੂਰਾ ਧਿਆਨ ਕੇਂਦਰਿਤ ਕਰਦੇ ਹੋ ਤਾਂ ਤੁਸੀਂ ਉਹਨੂੰ ਬ੍ਰਹਿਮੰਡ ਕੋਲੋਂ ਮੰਗ ਰਹੇ ਹੋ ਤੇ ਤੁਸੀਂ ਨਿਸ਼ਚਿਤ ਤੌਰ ਤੇ ਬਿਮਾਰ ਵਿਅਕਤੀ ਦੀ ਵੀ ਮਦਦ ਨਹੀਂ ਕਰ ਰਹੇ, ਤੁਸੀਂ ਉਹਦੀ ਬਿਮਾਰੀ 'ਚ ਆਪਣੀ ਊਰਜਾ ਵੀ ਜੋੜ ਰਹੇ ਹੋ। ਜੇ ਤੁਸੀਂ ਸੱਚਮੁੱਚ ਉਸ ਵਿਅਕਤੀ ਦੀ ਮਦਦ ਕਰਨਾ ਚਾਹੁੰਦੇ ਹੋ ਤਾਂ ਸੰਭਵ ਹੋਣ ਤੇ ਗੱਲਬਾਤ ਨੂੰ ਚੰਗੇ ਚੀਜ਼ਾਂ ਵੱਲ ਮੋੜ ਦਿਓ, ਵਰਨਾ ਆਪਣੇ ਰਸਤੇ ਚਲੇ ਜਾਓ। ਜਾਣ ਵੇਲੇ ਉਸ ਵਿਅਕਤੀ ਦੇ ਸਿਹਤਮੰਦ ਹੋਣ ਦੇ ਪ੍ਰਬਲ ਵਿਚਾਰ ਤੇ ਭਾਵਨਾਵਾਂ ਦੇ ਕੇ ਜਾਓ ਤੇ ਗੱਲ ਉੱਥੇ ਖਤਮ ਕਰ ਦਿਓ। ਲੀਸਾ ਨਿਕੋਲਸ ਅਨੁਸਾਰ ਮੰਨ ਲਓ ਤੁਹਾਡੇ ਕੋਲ 2 ਲੋਕ ਹਨ ਜਿਹੜੇ ਇੱਕੋ ਹੀ ਚੀਜ਼ ਦੇ ਸ਼ਿਕਾਰ ਹਨ। ਉਹਨਾਂ 'ਚੋਂ ਇੱਕ ਖੁਸ਼ੀ ਤੇ ਧਿਆਨ ਕੇਂਦਰਿਤ ਕਰਨ ਦਾ ਵਿਕਲਪ ਚੁਣਦਾ ਹੈ, ਉਹ ਸੰਭਾਵਨਾ ਤੇ ਆਸ 'ਚ ਜਿਉਂਦਾ ਹੈ। ਉਹਨਾਂ ਸਾਰੇ ਕਾਰਨਾਂ ਤੇ ਧਿਆਨ ਕੇਂਦਰਿਤ ਕਰਦਾ ਹੈ ਕਿ ਉਹਨੂੰ ਖੁਸ਼ ਤੇ ਕਿਰਤੱਗ ਕਿਉਂ ਹੋਣਾ ਚਾਹੀਦਾ ਹੈ। ਦੂਜਾ ਵਿਅਕਤੀ ਵੀ ਉਸੇ ਚੀਜ਼ ਦਾ ਸ਼ਿਕਾਰ ਹੈ, ਲੇਕਿਨ ਉਹ ਬਿਮਾਰੀ, ਦਰਦ ਤੇ ਬਦਕਿਸਮਤੀ ਉੱਤੇ ਧਿਆਨ ਕੇਂਦਰਿਤ ਕਰਨ ਦੇ ਵਿਕਲਪ ਨੂੰ ਚੁਣਦਾ ਹੈ। ਇਹਨਾਂ 'ਚੋਂ ਕਿਹੜਾ ਤਰੀਕਾ ਬਿਹਤਰ ਹੈ? ਬੌਬ ਡਾਇਲ ਅਨੁਸਾਰ ਜੇਕਰ ਲੋਕ ਬਿਮਾਰੀ ਤੇ ਉਹਦੀਆਂ ਨਿਸ਼ਾਨੀਆਂ ਤੇ ਸਾਰਾ ਧਿਆਨ ਕੇਂਦਰਿਤ ਕਰਦੇ ਹਨ ਤਾਂ ਉਹਨੂੰ ਵਧਾ ਦਿੰਦੇ ਹਨ। ਉਪਚਾਰ ਜਾਂ ਇਲਾਜ ਉਦੋਂ ਤੱਕ ਨਹੀਂ ਹੋਏਗਾ ਜਦ ਤੱਕ ਕਿ ਉਹ ਆਪਣਾ ਧਿਆਨ ਬਿਮਾਰੀ ਦੀ ਬਜਾਏ ਸਿਹਤ ਤੇ ਕੇਂਦਰਿਤ ਨਹੀਂ ਕਰ ਲੈਣਗੇ, ਕਿਉਂਕਿ ਇਹੀ ਆਕਰਸ਼ਣ ਦਾ ਨਿਯਮ ਹੈ। ਜਿੱਥੋਂ ਤੱਕ ਸੰਭਵ ਹੋਵੇ, ਪ੍ਰਿੰਟਿਸ ਮਲਫੋਰਡ ਕਹਿ ਰਿਹਾ ਹੈ, ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਹਰ ਨਾਪਸੰਦ ਵਿਚਾਰ ਇੱਕ ਮਾੜੀ ਚੀਜ਼ ਵਾਂਗ ਹੁੰਦਾ ਹੈ ਜਿਸ ਨੂੰ ਅਸੀਂ ਆਪਣੇ ਸਰੀਰ 'ਚ ਰੱਖਦੇ ਹਾਂ। ਡਾਕਟਰ ਜੌਨ ਹੇਜਲਨ ਅਨੁਸਾਰ ਜਦੋਂ ਸਾਡੇ ਵਿਚਾਰ ਖੁਸ਼ਨੁਮਾ ਹੁੰਦੇ ਹਨ ਤਾਂ ਸਾਡੀ ਬਾਇਓਕੈਮਿਸਟਰੀ ਵੀ ਖੁਸ਼ਨੁਮਾ ਬਣ ਜਾਂਦੀ ਹੈ, ਜਿਸ ਨਾਲ ਸਾਡਾ ਸਰੀਰ ਸਿਹਤਮੰਦ ਰਹਿੰਦਾ ਹੈ, ਅਸੀਂ ਖੁਸ਼ ਰਹਿੰਦੇ ਹਾਂ।
ਨਕਾਰਾਤਮਕ ਵਿਚਾਰ ਤੇ ਤਣਾਅ ਸਰੀਰ ਤੇ ਮਸਤਿਸ਼ਕ ਨੂੰ ਦੀ ਕਾਰਜ ਸਮਰੱਥਾ ਨੂੰ ਬੁਰੀ ਤਰ੍ਹਾਂ ਕਮਜ਼ੋਰ ਕਰ ਦਿੰਦੇ ਹਨ। ਇਹਦਾ ਕਾਰਨ ਇਹ ਹੈ ਕਿ ਸਾਡੇ ਵਿਚਾਰ ਤੇ ਭਾਵ ਸਾਡੇ ਸਰੀਰ ਨੂੰ ਲਗਾਤਾਰ ਬਣਾਉਣ ਤੇ ਵਿਵਸਥਿਤ ਕਰਦੇ ਰਹਿੰਦੇ ਹਨ, ਉਸ ਨੂੰ ਲਗਾਤਾਰ ਨਵਾਂ ਬਣਾਉਂਦੇ ਰਹਿੰਦੇ ਹਨ। ਤੁਸੀਂ ਆਪਣੇ ਸਰੀਰ 'ਚ ਹੁਣ ਤੱਕ ਭਾਵੇਂ ਜੋ ਕੁਝ ਵੀ ਉਤਪੰਨ ਕੀਤਾ ਹੈ, ਤੁਸੀਂ ਉਹਨੂੰ ਬਦਲ ਸਕਦੇ ਹੋ, ਅੰਦਰੋਂ ਵੀ ਤੇ ਬਾਹਰੋਂ ਵੀ। ਖੁਸ਼ੀਆਂ ਭਰੇ ਵਿਚਾਰਾਂ ਨੂੰ ਸੋਚਣਾ ਤੇ ਖੁਸ਼ ਰਹਿਣਾ ਸ਼ੁਰੂ ਕਰ ਦਿਓ। ਖੁਸ਼ੀ ਮਹਿਸੂਸ ਕਰਨ ਦੀ ਅਵਸਥਾ ਹੈ। ਤੁਹਾਡੀ ਉਂਗਲ ਖੁਸ਼ ਮਹਿਸੂਸ ਕਰਨ ਦੇ ਬਟਨ ਤੇ ਹੈ, ਉਹਨੂੰ ਹੁਣੇ ਦੱਬ ਦਿਓ। ਦ੍ਰਿੜਤਾ ਨਾਲ ਦਬਾ ਕੇ ਰੱਖੋ, ਭਾਵੇਂ ਤੁਹਾਡੇ ਚਾਰੇ ਪਾਸੇ ਜੋ ਕੁਝ ਵੀ ਹੋ ਰਿਹਾ ਹੋਵੇ। ਡਾਕਟਰ ਬੇਨ ਜੌਨਸਨ ਅਨੁਸਾਰ ਸਰੀਰਕ ਤਣਾਅ ਨੂੰ ਹਟਾ ਲਓ, ਇਸ ਤੋਂ ਬਾਅਦ ਸਰੀਰ ਉਹੀ ਕਰਦਾ ਹੈ ਜਿਸ ਲਈ ਇਹਨੂੰ ਬਣਾਇਆ ਗਿਆ ਹੈ। ਇਹ ਆਪਣੇ ਆਪ ਨੂੰ ਚੰਗਾ ਕਰਦਾ ਹੈ। ਬਿਮਾਰੀ ਤੋਂ ਛੁਟਕਾਰਾ ਪਾਉਣ ਲਈ ਤੁਹਾਨੂੰ ਜੂਝਣ ਦੀ ਲੋੜ ਨਹੀਂ ਹੁੰਦੀ। ਬਸ ਨਕਾਰਾਤਮਕ ਵਿਚਾਰਾਂ ਨੂੰ ਬਾਹਰ ਕੱਢਣ ਦੀ ਸੌਖੀ ਪ੍ਰਕਿਰਿਆ ਦਾ ਪਾਲਣ ਕਰੋ। ਇਸ ਨਾਲ ਤੁਹਾਡੇ ਅੰਦਰ ਸਿਹਤ ਦੀ ਕੁਦਰਤੀ ਅਵਸਥਾ ਉਤਪੰਨ ਹੋ ਜਾਏਗੀ ਤੇ ਤੁਹਾਡਾ ਸਰੀਰ ਆਪਣੇ ਆਪ ਨੂੰ ਚੰਗਾ ਕਰ ਲਏਗਾ। ਮਾਈਕਲ ਬਰਨਾਰਡ ਬੇਕਵਿਥ ਅਨੁਸਾਰ ਮੈਂ ਕਿਡਨੀਆਂ ਨੂੰ ਦੁਬਾਰਾ ਠੀਕ ਹੁੰਦਿਆਂ ਵੇਖਿਆ, ਮੈਂ ਕੈਂਸਰ ਨੂੰ ਗਾਇਬ ਹੁੰਦੇ ਵੇਖਿਆ, ਮੈਂ ਅੱਖਾਂ ਦੀ ਜੋਤ ਨੂੰ ਸੁਧਰਦਿਆਂ ਤੇ ਮੁੜਦਿਆਂ ਵੇਖਿਆ। ਰਹੱਸ ਦਾ ਪਤਾ ਲੱਗਣ ਤੋਂ ਪਹਿਲਾਂ ਮੈਂ 3 ਸਾਲਾਂ ਤੋਂ ਪੜ੍ਹਨ ਦਾ ਚਸ਼ਮਾ ਲਾ ਰਿਹਾ ਸੀ। ਇੱਕ ਰਾਤੀ ਜਦੋਂ ਮੈਂ ਰਹੱਸ ਦੇ ਗਿਆਨ ਦੀ ਸਦੀਆਂ ਲੰਮੀ ਯਾਤਰਾ ਨੂੰ ਖੋਜ ਰਿਹਾ ਸੀ ਤਾਂ ਮੈਂ ਪੜ੍ਹਨ ਲਈ ਆਪਣਾ ਚਸ਼ਮਾ ਚੁੱਕਿਆ, ਲੇਕਿਨ ਮੈਂ ਰਾਹ 'ਚ ਹੀ ਰੁਕ ਗਿਆ। ਮੈਨੂੰ ਆਪਣਾ ਇਹ ਕੰਮ ਬਿਜਲੀ ਦੇ ਝਟਕੇ ਵਾਂਗ ਲੱਗਿਆ। ਮੈਂ ਲੋਕਾਂ ਦੀਆਂ ਗੱਲਾਂ ਸੁਣੀਆਂ ਸੀ ਕਿ ਉਮਰ ਦੇ ਨਾਲ-ਨਾਲ ਅੱਖਾਂ ਦੀ ਰੌਸ਼ਨੀ ਘੱਟ ਹੁੰਦੀ ਹੈ। ਮੈਂ ਲੋਕਾਂ ਨੂੰ ਆਪਣੇ ਹੱਥ ਦੂਰ ਕਿਤਾਬ ਜਾਂ ਅਖਬਾਰ ਪੜ੍ਹਦੇ ਵੀ ਦੇਖਿਆ ਸੀ। ਮੈਂ ਇਸ ਵਿਚਾਰ ਨੂੰ ਮੰਨ ਲਿਆ ਸੀ ਕਿ ਉਮਰ ਨਾਲ ਅੱਖਾਂ ਦੀ ਰੌਸ਼ਨੀ ਘੱਟ ਹੋ ਜਾਂਦੀ ਹੈ ਤੇ ਮੈਂ ਇਹਨੂੰ ਆਪਣੇ ਮਨ 'ਚ ਜਗ੍ਹਾ ਦੇ ਦਿੱਤੀ ਸੀ। ਮੈਂ ਇਹ ਕੰਮ ਜਾਣਬੁੱਝ ਕੇ ਨਹੀਂ ਕੀਤਾ, ਪਰ ਫਿਰ ਵੀ ਕੀਤਾ ਤੇ ਸੀ। ਮੈਂ ਜਾਣਦਾ ਸੀ ਕਿ ਮੈਂ ਆਪਣੇ ਵਿਚਾਰਾਂ ਕਾਰਨ ਜਿਸ ਚੀਜ਼ ਨੂੰ ਵਜੂਦ 'ਚ ਲਿਆਇਆ ਉਹਨੂੰ ਬਦਲ ਸਕਦਾ। ਇਸ ਲਈ ਮੈਂ ਇੱਕਦਮ ਕਲਪਨਾ ਕੀਤੀ ਕਿ ਮੈਂ ਉਨੀ ਸਪਸ਼ਟਤਾ ਨਾਲ ਦੇਖ ਰਿਹਾ ਜਿੰਨਾ 21 ਸਾਲ ਦੀ ਉਮਰ 'ਚ ਵੇਖਦਾ ਸੀ। ਮੈਂ ਮਾਨਸਿਕ ਤਸਵੀਰ ਬਣਾ ਕੇ ਆਪਣੇ ਆਪ ਨੂੰ ਹਨੇਰੇ ਰੈਸਤੋਰਾਂ, ਹਵਾਈ ਜਹਾਜ਼ਾਂ ਤੇ ਆਪਣੇ ਕੰਪਿਊਟਰ ਤੇ ਸਪਸ਼ਟਤਾ ਨਾਲ ਤੇ ਬਿਨਾਂ ਕੋਸ਼ਿਸ਼ ਪੜ੍ਹਦੇ ਦੇਖਿਆ ਤੇ ਮੈਂ ਆਪਣੇ ਆਪ ਨੂੰ ਬਾਰ-ਬਾਰ ਕਿਹਾ, ਮੈਂ ਸਪਸ਼ਟਤਾ ਨਾਲ ਦੇਖ ਸਕਦਾ, ਮੈਂ ਸਪਸ਼ਟਤਾ ਨਾਲ ਦੇਖ ਸਕਦਾ। ਤੇ ਮੈਂ ਆਪਣੀਆਂ ਅੱਖਾਂ ਦੀ ਦ੍ਰਿਸ਼ਟੀ ਸਪਸ਼ਟ ਹੋਣ ਤੇ ਕਿਰਤੱਗਤਾ ਤੇ ਰੋਮਾਂਚ ਦੀਆਂ ਭਾਵਨਾਵਾਂ ਮਹਿਸੂਸ ਕੀਤੀਆਂ। 3 ਦਿਨਾਂ 'ਚ ਹੀ ਮੇਰੀਆਂ ਅੱਖਾਂ ਦੀ ਰੌਸ਼ਨੀ ਬਿਲਕੁਲ ਠੀਕ ਹੋ ਗਈ ਤੇ ਪੜ੍ਹਨ ਦਾ ਚਸ਼ਮਾ ਉਤਰ ਗਿਆ। ਹੁਣ ਮੈਂ ਸਪਸ਼ਟਤਾ ਨਾਲ ਦੇਖ ਸਕਦਾ ਹਾਂ। ਜਦੋਂ ਮੈਂ ਦ ਸੀਕ੍ਰੇਟ ਦੇ ਇੱਕ ਟੀਚਰ ਡਾਕਟਰ ਬੇਨ ਜੌਨਸਨ ਨੂੰ ਇਹ ਪ੍ਰਸੰਗ ਦੱਸਿਆ ਤਾਂ ਉਹ ਬੋਲੇ ਕਿ ਤੈਨੂੰ ਅਹਿਸਾਸ ਹੈ ਕਿ 3 ਦਿਨਾਂ ਅੰਦਰ ਇਹ ਕੰਮ ਕਰਨ ਲਈ ਤੇਰੀਆਂ ਅੱਖਾਂ ਨੂੰ ਕਿਸ ਚੀਜ਼ ਤੋਂ ਗੁਜ਼ਰਨਾ ਪਿਆ ਹੋਵੇਗਾ। ਮੈਂ ਜਵਾਬ ਦਿੱਤਾ, ਨਹੀਂ, ਤੇ ਈਸ਼ਵਰ ਦਾ ਸ਼ੁਕਰ ਹੈ ਕਿ ਮੈਨੂੰ ਪਤਾ ਨਹੀਂ ਹੈ, ਇਸ ਲਈ ਉਹ ਵਿਚਾਰ ਮੇਰੇ ਦਿਮਾਗ 'ਚ ਆਏ ਹੀ ਨਹੀਂ। ਮੈਂ ਤਾਂ ਬਸ ਇੰਨਾ ਜਾਣਦਾ ਸੀ ਕਿ ਮੈਂ ਇਹ ਕੰਮ ਕਰ ਸਕਦਾ ਤੇ ਤੇਜ਼ੀ ਨਾਲ ਕਰ ਸਕਦਾ। ਕਈ ਵਾਰੀ ਅਗਿਆਨਤਾ ਤੋਂ ਫਾਇਦਾ ਹੀ ਹੁੰਦਾ। ਡਾਕਟਰ ਜੌਨਸਨ ਨੇ ਆਪਣੇ ਸਰੀਰ ਤੋਂ ਇੱਕ ਲਾਇਲਾਜ ਬਿਮਾਰੀ ਨੂੰ ਖਤਮ ਕਰ ਦਿੱਤਾ ਸੀ। ਇਸ ਲਈ ਉਹਨਾਂ ਦੇ ਚਮਤਕਾਰ ਦੀ ਤੁਲਨਾ 'ਚ ਮੇਰੀਆਂ ਅੱਖਾਂ ਦੀ ਰੌਸ਼ਨੀ ਦਾ ਮੁੜਨਾ ਮੈਨੂੰ ਛੋਟੀ ਜਿਹੀ ਗੱਲ ਲੱਗੀ ਸੀ। ਸੱਚ ਤਾਂ ਇਹ ਹੈ ਕਿ ਮੈਨੂੰ ਆਪਣੀਆਂ ਅੱਖਾਂ ਦੀ ਰੌਸ਼ਨੀ ਇੱਕੋ ਹੀ ਰਾਤ 'ਚ ਮੁੜਨ ਦੀ ਆਸ ਸੀ। ਇਸ ਲਈ 3 ਦਿਨਾਂ 'ਚ ਇਸ ਚੀਜ਼ ਦਾ ਹੋਣਾ ਮੈਨੂੰ ਚਮਤਕਾਰਿਕ ਨਹੀਂ ਸੀ ਲੱਗਿਆ। ਯਾਦ ਰੱਖੋ, ਬ੍ਰਹਿਮੰਡ 'ਚ ਸਮਾਂ ਤੇ ਆਕਾਰ ਦਾ ਕੋਈ ਮਹੱਤਵ ਨਹੀਂ ਹੁੰਦਾ। ਮੁਹਾਂਸਿਆਂ ਦਾ ਇਲਾਜ ਕਰਨਾ ਵੀ ਕਿਸੇ ਬਿਮਾਰੀ ਦੇ ਇਲਾਜ ਜਿੰਨਾ ਹੀ ਸੌਖਾ ਹੈ। ਪ੍ਰਕਿਰਿਆ ਸਮਾਨ ਹੈ, ਫਰਕ ਸਿਰਫ ਸਾਡੇ ਦਿਮਾਗ 'ਚ ਹੈ। ਜੇਕਰ ਤੁਸੀਂ ਕਿਸੇ ਬਿਮਾਰੀ ਨੂੰ ਆਪਣੇ ਵੱਲ ਆਕਰਸ਼ਿਤ ਕਰ ਲਿਆ ਹੈ ਤਾਂ ਉਹਨੂੰ ਮੁਹਾਂਸਿਆ ਜਿੰਨਾ ਵੱਡਾ ਮੰਨ ਲਓ। ਫਿਰ ਸਾਰੇ ਨਕਾਰਾਤਮਕ ਵਿਚਾਰਾਂ ਨੂੰ ਆਪਣੇ ਮਸਤਿਸ਼ਕ ਵਿੱਚੋਂ ਬਾਹਰ ਕੱਢ ਦਿਓ ਤੇ ਪੂਰਨ ਸਿਹਤ ਤੇ ਧਿਆਨ ਕੇਂਦਰਿਤ ਕਰੋ। ਕੋਈ ਚੀਜ਼ ਲਾਇਲਾਜ ਨਹੀਂ ਹੁੰਦੀ। ਡਾਕਟਰ ਜੌਨ ਡਿਮਾਰਟਨੀ ਅਨੁਸਾਰ ਮੈਂ ਹਮੇਸ਼ਾ ਕਹਿੰਦਾ, ਲਾਇਲਾਜ ਦਾ ਮਤਲਬ ਹੈ ਅੰਦਰੋਂ ਇਲਾਜ ਸੰਭਵ ਹੈ। ਮੈਂ ਯਕੀਨ ਕਰਦਾ ਤੇ ਜਾਣਦਾ ਕਿ ਕੋਈ ਬਿਮਾਰੀ ਲਾਇਲਾਜ ਨਹੀਂ ਹੁੰਦੀ। ਕਦੇ ਨਾ ਕਦੇ ਅਖੌਤੀ ਲਾਇਲਾਜ ਬਿਮਾਰੀ ਦਾ ਇਲਾਜ ਹੋਇਆ ਹੈ। ਮੇਰੇ ਮਸਤਕ ਦੇ ਤੇ ਸਾਰੀ ਦੁਨੀਆ 'ਚ ਲਾਇਲਾਜ ਦਾ ਵਜੂਦ ਹੀ ਨਹੀਂ ਹੈ। ਇਸ ਦੁਨੀਆ 'ਚ ਤੁਹਾਡੇ ਲਈ ਕਾਫੀ ਜਗ੍ਹਾ ਹੈ, ਇਸ ਲਈ ਤੁਸੀਂ ਵੀ ਆ ਕੇ ਮੇਰੇ ਨਾਲ ਸ਼ਾਮਲ ਹੋ ਸਕਦੇ ਹੋ।
ਇੱਕ ਇਹੋ ਜਿਹੀ ਦੁਨੀਆ ਜਿੱਥੇ ਹਰ ਦਿਨ ਚਮਤਕਾਰ ਹੁੰਦੇ ਆ। ਇੱਕ ਇਹੋ ਜਿਹੀ ਦੁਨੀਆ ਜਿਸ 'ਚ ਬਹੁਤਾਤ ਦੀਆਂ ਨਦੀਆਂ ਵਗ ਰਹੀਆਂ ਹਨ, ਜਿੱਥੇ ਸਾਰੀਆਂ ਚੀਜ਼ਾਂ ਚੰਗੀਆਂ ਹੁਣੇ ਤੁਹਾਡੇ ਅੰਦਰ ਮੌਜੂਦ ਹਨ। ਸਵਰਗ ਵਰਗਾ ਲੱਗਦਾ ਹੈ ਨਾ। ਇਹ ਸੱਚਮੁੱਚ ਇਵੇਂ ਹੀ ਹੈ। ਮਾਈਕਲ ਬਰਨਾਰਡ ਬੇਕਵੇਤ ਕਹਿੰਦਾ ਹੈ ਕਿ ਤੁਸੀਂ ਆਪਣੀ ਜ਼ਿੰਦਗੀ ਬਦਲ ਸਕਦੇ ਹੋ ਤੇ ਆਪਣਾ ਇਲਾਜ ਆਪੇ ਕਰ ਸਕਦੇ ਹੋ। ਮੌਰਿਸ ਗੁੱਡਮੈਨ, ਜੋ ਕਿ ਲੇਖਕ ਤੇ ਅੰਤਰਰਾਸ਼ਟਰੀ ਵਕਤਾ ਹੈ, ਨੇ ਕਿਹਾ ਹੈ ਕਿ ਮੇਰੀ ਕਹਾਣੀ 10 ਮਾਰਚ 1981 ਨੂੰ ਸ਼ੁਰੂ ਹੁੰਦੀ ਹੈ। ਇਸ ਦਿਨ ਮੇਰੀ ਜ਼ਿੰਦਗੀ ਸੱਚਮੁੱਚ ਹੀ ਬਦਲ ਗਈ। ਮੈਂ ਇਸ ਦਿਨ ਨੂੰ ਕਦੇ ਭੁੱਲ ਨਹੀਂ ਪਾਵਾਂਗਾ। ਮੇਰਾ ਹਵਾਈ ਜਹਾਜ਼ ਟਕਰਾ ਗਿਆ। ਮੈਨੂੰ ਪੂਰੀ ਤਰ੍ਹਾਂ ਅਧਰੰਗ ਦੀ ਹਾਲਤ 'ਚ ਹਸਪਤਾਲ ਪਹੁੰਚਾਇਆ ਗਿਆ। ਮੇਰੀ ਰੀੜ੍ਹ ਦੀ ਹੱਡੀ ਚੂਰ-ਚੂਰ ਹੋ ਗਈ ਸੀ। ਮੇਰੀ ਪਹਿਲੀ ਤੇ ਦੂਜੀ ਸਰਵਾਈਕਲ ਵਰਟੇਬਾ ਟੁੱਟ ਗਈ ਸੀ। ਮੇਰੀ ਨਿਗਲਣ ਦੀ ਸਮਰੱਥਾ ਖਤਮ ਹੋ ਗਈ ਸੀ। ਮੈਂ ਖਾ ਪੀ ਵੀ ਨਹੀਂ ਸਕਦਾ ਸੀ। ਮੇਰੀ ਝਿੱਲੀ ਜਾਂ ਡਾਇਫਰਾਮ ਨਸ਼ਟ ਹੋ ਗਈ ਸੀ। ਮੈਂ ਸਾਹ ਨਹੀਂ ਸੀ ਲੈ ਸਕਦਾ। ਮੈਂ ਬਸ ਆਪਣੀਆਂ ਪਲਕਾਂ ਝਪਕਾ ਸਕਦਾ ਸੀ। ਜ਼ਾਹਿਰ ਹੈ ਡਾਕਟਰਾਂ ਨੇ ਮੇਰੀ ਹਾਲਤ ਵੇਖ ਕੇ ਕਿਹਾ ਕਿ ਮੈਂ ਜ਼ਿੰਦਗੀ ਭਰ ਅਪੰਗ ਹੀ ਰਹਾਂਗਾ, ਬਸ ਆਪਣੀਆਂ ਪਲਕਾਂ ਹੀ ਝਪਕਾ ਪਾਵਾਂਗਾ। ਉਹਨਾਂ ਨੇ ਮੇਰੇ ਬਾਰੇ ਇਹੀ ਤਸਵੀਰ ਦੇਖੀ, ਲੇਕਿਨ ਉਹਨਾਂ ਦੇ ਸੋਚਣ ਨਾਲ ਕੋਈ ਫਰਕ ਨਹੀਂ ਪੈਣਾ ਸੀ। ਮਹੱਤਵਪੂਰਨ ਗੱਲ ਤਾਂ ਇਹ ਹੈ ਕਿ ਮੈਂ ਕੀ ਸੋਚਦਾ ਸੀ। ਮੈਂ ਦੁਬਾਰਾ ਆਮ ਹੋਣ ਦੀ ਤਸਵੀਰ ਦੇਖੀ, ਜਿਸ 'ਚ ਮੈਂ ਆਪਣੇ ਪੈਰਾਂ ਤੇ ਚੱਲ ਕੇ ਹਸਪਤਾਲ ਤੋਂ ਬਾਹਰ ਜਾ ਰਿਹਾ ਸੀ। ਹਸਪਤਾਲ ਦੇ ਅੰਦਰ ਮੈਂ ਸਿਰਫ ਆਪਣੇ ਦਿਮਾਗ ਤੇ ਕੰਮ ਕਰ ਸਕਦਾ ਸੀ, ਲੇਕਿਨ ਜੇਕਰ ਤੁਹਾਡਾ ਦਿਮਾਗ ਸਹੀ ਕੰਮ ਕਰ ਰਿਹਾ ਹੈ ਤਾਂ ਤੁਸੀਂ ਹਰ ਚੀਜ਼ ਨੂੰ ਦੁਬਾਰਾ ਸਹੀ ਕਰ ਸਕਦੇ ਹੋ। ਮੈਨੂੰ ਰੈਸਪੀਰੇਟਰ ਤੇ ਰੱਖਿਆ ਗਿਆ। ਡਾਕਟਰਾਂ ਨੇ ਕਿਹਾ ਕਿ ਡਾਇਫਰਾਮ ਨਸ਼ਟ ਹੋ ਜਾਣ ਕਾਰਨ ਮੈਂ ਦੁਬਾਰਾ ਸਾਹ ਨਹੀਂ ਲੈ ਪਾਵਾਂਗਾ, ਲੇਕਿਨ ਇੱਕ ਨਿੱਕੀ ਜਿਹੀ ਆਵਾਜ਼ ਮੈਨੂੰ ਬਾਰ-ਬਾਰ ਕਹਿੰਦੀ ਰਹੀ, ਡੂੰਘੀ ਸਾਹ ਲਓ, ਡੂੰਘੀ ਸਾਹ ਲਓ, ਤੇ ਆਖਰਕਾਰ ਮੇਰਾ ਰੈਸਪੀਰੇਟਰ ਹਟ ਗਿਆ। ਡਾਕਟਰਾਂ ਨੂੰ ਸਮਝ ਨਹੀਂ ਆਇਆ ਕਿ ਇੰਜ ਕਿਵੇਂ ਹੋ ਗਿਆ। ਮੈਂ ਆਪਣੇ ਦਿਮਾਗ 'ਚ ਇਹੋ ਜਿਹੀ ਕੋਈ ਵੀ ਚੀਜ਼ ਨਹੀਂ ਆਉਣ ਦੇ ਸਕਦਾ ਸੀ ਜਿਹੜੀ ਮੈਨੂੰ ਆਪਣੇ ਟੀਚੇ ਜਾਂ ਸੁਪਨਿਆਂ ਤੋਂ ਵਿਚਲਤ ਕਰੇ। ਮੈਂ ਕ੍ਰਿਸਮਸ ਵੇਲੇ ਹਸਪਤਾਲ ਤੋਂ ਚੱਲ ਕੇ ਬਾਹਰ ਨਿਕਲਣ ਦਾ ਟੀਚਾ ਬਣਾਇਆ ਸੀ ਤੇ ਮੈਂ ਕੰਮ ਕਰ ਦਿਖਾਇਆ। ਮੈਂ ਆਪਣੇ ਦੋਨਾਂ ਪੈਰਾਂ ਤੇ ਚੱਲ ਕੇ ਹਸਪਤਾਲ ਤੋਂ ਬਾਹਰ ਆਇਆ। ਹਾਲਾਂਕਿ ਡਾਕਟਰਾਂ ਨੇ ਕਿਹਾ ਸੀ ਕਿ ਇਹ ਸੰਭਵ ਨਹੀਂ ਹੈ, ਮੈਂ ਉਸ ਦਿਨ ਨੂੰ ਕਦੇ ਭੁੱਲ ਨਹੀਂ ਪਾਵਾਂਗਾ। ਜੇਕਰ ਤਕਲੀਫ ਭੋਗ ਰਹੇ ਲੋਕਾਂ ਨੂੰ ਸੁਨੇਹਾ ਦੇਣ ਲਈ ਮੈਨੂੰ ਆਪਣੀ ਜ਼ਿੰਦਗੀ ਦਾ ਸਾਰ ਦੱਸਣਾ ਪਵੇ, ਜੇਕਰ ਮੈਨੂੰ ਲੋਕਾਂ ਨੂੰ ਇਹ ਦੱਸਣਾ ਪਵੇ ਕਿ ਉਹ ਆਪਣੀ ਜ਼ਿੰਦਗੀ 'ਚ ਕੀ ਕਰ ਸਕਦੇ ਹਨ, ਤਾਂ ਮੈਂ ਇਹਨੂੰ ਸਾਰ 'ਚ 10 ਸ਼ਬਦਾਂ ਰਾਹੀਂ ਦੱਸ ਸਕਦਾ। ਇਨਸਾਨ ਉਹ ਬਣ ਜਾਂਦਾ ਹੈ ਜਿਸ ਬਾਰੇ ਉਹ ਸੋਚਦਾ ਹੈ। ਮੌਰਿਸ ਗੁੱਡਮੈਨ ਨੂੰ ਚਮਤਕਾਰੀ ਵਿਅਕਤੀ ਮੰਨਿਆ ਜਾਂਦਾ ਹੈ। ਉਹਨਾਂ ਦੀ ਕਹਾਣੀ ਨੂੰ ਦ ਸੀਕ੍ਰੇਟ ਵਿੱਚ ਇਸ ਲਈ ਸ਼ਾਮਲ ਕੀਤਾ ਗਿਆ ਕਿਉਂਕਿ ਇਹ ਇਨਸਾਨ ਦੇ ਮਸਤਕ ਦੀ ਅਸੀਮਤ ਸ਼ਕਤੀ ਤੇ ਸੰਭਾਵਨਾ ਨੂੰ ਦਰਸਾਉਂਦੀ ਹੈ। ਮੌਰਿਸ ਜਾਣਦੇ ਸਨ ਕਿ ਉਹ ਜਿਸ ਵੀ ਚੀਜ਼ ਬਾਰੇ ਸੋਚਣਗੇ, ਉਹਨਾਂ ਦੀ ਅੰਦਰੂਨੀ ਸ਼ਕਤੀ ਉਹਨੂੰ ਉਤਪੰਨ ਕਰ ਦੇਗੀ। ਹਰ ਚੀਜ਼ ਸੰਭਵ ਹੈ। ਮੌਰਿਸ ਗੁੱਡਮੈਨ ਦੀ ਕਹਾਣੀ ਨੇ ਹਜ਼ਾਰਾਂ ਲੋਕਾਂ ਨੂੰ ਉੱਤਮ ਸਿਹਤ ਬਾਰੇ ਸੋਚਣ, ਉਹਦੀ ਕਲਪਨਾ ਕਰਨ ਤੇ ਉਹਨੂੰ ਮਹਿਸੂਸ ਕਰਨ ਲਈ ਪ੍ਰੇਰਿਤ ਕੀਤਾ ਹੈ। ਉਹਨਾਂ ਨੇ ਆਪਣੀ ਜ਼ਿੰਦਗੀ ਦੀ ਸਭ ਤੋਂ ਵੱਡੀ ਮੁਸ਼ਕਿਲ ਨੂੰ ਸਭ ਤੋਂ ਵੱਡੇ ਤੋਹਫੇ 'ਚ ਤਬਦੀਲ ਕਰ ਲਿਆ। ਦ ਸੀਕ੍ਰੇਟ ਫਿਲਮ ਰਿਲੀਜ਼ ਹੋਣ ਤੋਂ ਬਾਅਦ ਸਾਡੇ ਕੋਲ ਚਮਤਕਾਰੀ ਕਹਾਣੀਆਂ ਦਾ ਹੜ੍ਹ ਹੀ ਆ ਗਿਆ, ਜਿਸ 'ਚ ਹਰ ਤਰ੍ਹਾਂ ਦੀਆਂ ਬਿਮਾਰੀਆਂ ਤੋਂ ਠੀਕ ਹੋ ਚੁੱਕੇ ਲੋਕਾਂ ਨੇ ਮੈਨੂੰ ਦੱਸਿਆ ਕਿ ਇਹ ਦ ਸੀਕ੍ਰੇਟ ਦੇਖਣ ਕਾਰਨ ਹੋਇਆ। ਜੇ ਤੁਹਾਨੂੰ ਯਕੀਨ ਹੈ ਤਾਂ ਹਰ ਚੀਜ਼ ਸੰਭਵ ਹੈ। ਮੈਂ ਡਾਕਟਰ ਬੇਨ ਜਾਨਸਨ ਦੇ ਪ੍ਰੇਰਕ ਸ਼ਬਦਾਂ ਨਾਲ ਸਿਹਤ ਦੇ ਵਿਸ਼ੇ ਤੇ ਗੱਲਬਾਤ ਖਤਮ ਕਰਨਾ ਚਾਹਾਂਗੀ। ਅਸੀਂ ਹੁਣ ਊਰਜਾ ਚਿਕਿਤਸਾ ਦੇ ਯੁੱਗ 'ਚ ਕਦਮ ਰੱਖ ਰਹੇ ਹਾਂ। ਬ੍ਰਹਿਮੰਡ ਦੀ ਹਰ ਚੀਜ਼ ਦੀ ਇੱਕ ਫ੍ਰੀਕੁਐਂਸੀ ਹੈ ਤੇ ਤੁਹਾਨੂੰ ਬਸ ਫ੍ਰੀਕੁਐਂਸੀ ਨੂੰ ਬਦਲਣਾ ਹੈ ਜਾਂ ਅਵਸਰ ਦੀ ਫ੍ਰੀਕੁਐਂਸੀ ਉਤਪੰਨ ਕਰਨਾ ਹੈ। ਇਸ ਤਰ੍ਹਾਂ ਦੁਨੀਆ 'ਚ ਹਰ ਚੀਜ਼ ਨੂੰ ਬਦਲਣਾ ਬਹੁਤ ਸੌਖਾ ਹੈ, ਭਾਵੇਂ ਉਹ ਬਿਮਾਰੀ ਹੋਵੇ ਜਾਂ ਭਾਵਨਾਤਮਕ ਮੁੱਦੇ ਹੋਣ ਜਾਂ ਕੋਈ ਹੋਰ ਚੀਜ਼। ਇਹ ਬੜੀ ਵੱਡੀ ਸੰਭਾਵਨਾ ਹੈ। ਇਹ ਸਾਡੇ ਸਾਹਮਣੇ ਪ੍ਰਗਟ ਹੋਣ ਵਾਲਾ ਹੁਣ ਤੱਕ ਦਾ ਸਭ ਤੋਂ ਵੱਡਾ ਰਹੱਸ ਹੈ। ਇਹ ਲੇਖ ਸੰਖੇਪ ਵਿੱਚ। ਪਹਿਲਾ, ਪਲਾਸੀਬੋ ਇਫੈਕਟ ਆਕਰਸ਼ਣ ਦੇ ਨਿਯਮ ਦੀ ਸਕ੍ਰਿਅਤਾ ਦਾ ਉਦਾਹਰਣ ਹੈ। ਜਦੋਂ ਕੋਈ ਰੋਗੀ ਸੱਚਮੁੱਚ ਯਕੀਨ ਕਰਦਾ ਹੈ ਕਿ ਖੰਡ ਦੀ ਗੋਲੀ ਅਸਲੀ ਦਵਾਈ ਹੈ, ਤਾਂ ਉਹਨੂੰ ਉਹੀ ਮਿਲਦਾ ਹੈ ਜਿਸ ਤੇ ਉਹ ਯਕੀਨ ਕਰਦਾ ਹੈ ਤੇ ਉਹਦਾ ਇਲਾਜ ਹੋ ਜਾਂਦਾ ਹੈ। ਦੂਸਰਾ, ਸੰਪੂਰਨ ਸਿਹਤ ਤੇ ਧਿਆਨ ਕੇਂਦਰਿਤ ਕਰਨਾ।
ਇੱਕ ਇਹੋ ਜਿਹੀ ਚੀਜ਼ ਹੈ ਜਿਹੜੀ ਅਸੀਂ ਸਾਰੇ ਆਪਣੇ ਅੰਦਰ ਕਰ ਸਕਦੇ ਹਾਂ, ਭਾਵੇਂ ਬਾਹਰ ਕੁਝ ਵੀ ਹੋ ਰਿਹਾ ਹੋਵੇ। ਤੀਸਰਾ, ਹਾਸੀ ਖੁਸ਼ੀ ਨੂੰ ਆਕਰਸ਼ਿਤ ਕਰਦੀ ਹੈ, ਨਕਾਰਾਤਮਕਤਾ ਨੂੰ ਨਸ਼ਟ ਕਰਦੀ ਹੈ ਤੇ ਚਮਤਕਾਰਕ ਇਲਾਜ ਵੱਲ ਲੈ ਜਾਂਦੀ ਹੈ। ਹਾਸਾ ਇਹ ਸਭ ਕਰ ਸਕਦਾ ਹੈ। ਬਿਮਾਰੀ ਸਰੀਰ 'ਚ ਇਸ ਲਈ ਉਤਪੰਨ ਹੁੰਦੀ ਹੈ, ਚੌਥਾ ਪੁਆਇੰਟ, ਕਿਉਂਕਿ ਅਸੀਂ ਉਸ ਬਾਰੇ ਸੋਚਦੇ ਹਾਂ, ਉਸ ਬਾਰੇ ਗੱਲਾਂ ਕਰਦੇ ਹਾਂ ਤੇ ਉਸ ਤੇ ਲੋੜ ਤੋਂ ਵੱਧ ਧਿਆਨ ਦਿੰਦੇ ਹਾਂ। ਜੇ ਤੁਸੀਂ ਛੁਟਪਟ ਬਿਮਾਰ ਹੋ ਤਾਂ ਇਸ ਬਾਰੇ ਗੱਲ ਨਾ ਕਰੋ ਜਦ ਤੱਕ ਤੁਸੀਂ ਇਹਨੂੰ ਹੋਰ ਵਧਾਉਣਾ ਨਹੀਂ ਚਾਹੁੰਦੇ ਹੋ। ਜਦੋਂ ਤੁਸੀਂ ਲੋਕਾਂ ਦੀ ਬਿਮਾਰੀ ਦੇ ਵੇਰਵਿਆਂ ਨੂੰ ਸੁਣਦੇ ਹੋ ਤਾਂ ਤੁਸੀਂ ਉਹਨਾਂ ਦੀਆਂ ਬਿਮਾਰੀ 'ਚ ਆਪਣੀ ਊਰਜਾ ਜੋੜ ਦਿੰਦੇ ਹੋ। ਇਹਦੀ ਬਜਾਏ ਗੱਲਬਾਤ ਚੰਗੀਆਂ ਚੀਜ਼ਾਂ ਵੱਲ ਮੋੜਦੇ ਹੋ। ਉਹਨਾਂ ਨੂੰ ਸਿਹਤਮੰਦ ਤਸਵੀਰ ਦਿਖਾਉਣ ਲਈ ਪ੍ਰਬਲ ਵਿਚਾਰ ਪ੍ਰੇਸ਼ਿਤ ਕਰੋ। ਪੰਜਵਾਂ, ਬੁਢਾਪੇ ਦੀਆਂ ਧਾਰਨਾਵਾਂ ਸਾਡੇ ਮਸਤਿਸ਼ਕ 'ਚ ਹੁੰਦੀਆਂ ਹਨ, ਇਸ ਲਈ ਇਹੋ ਜਿਹੇ ਵਿਚਾਰਾਂ ਨੂੰ ਆਪਣੀ ਚੇਤਨਤਾ ਤੋਂ ਬਾਹਰ ਕੱਢ ਦਿਓ। ਆਦਰਸ਼ ਸਿਹਤ ਤੇ ਸਦੀਵੀ ਜੋਬਨ ਤੇ ਧਿਆਨ ਕੇਂਦਰਿਤ ਕਰੋ। ਲਾਸਟ ਹੈ, ਬਿਮਾਰੀਆਂ ਤੇ ਬੁਢਾਪੇ ਬਾਰੇ ਸਮਾਜ 'ਚ ਵਿਆਪਕ ਭਰਾਮਕ ਗੱਲਾਂ ਤੇ ਕੰਨ ਨਾ ਰੱਖੋ। ਨਕਾਰਾਤਮਕ ਸੁਨੇਹੇ ਨਾਲ ਤੁਹਾਡਾ ਭਲਾ ਨਹੀਂ ਹੋਵੇਗਾ। ਧੰਨਵਾਦ।